ਹੇ ਗਾਇਜ਼ ਵੈਲਕਮ ਬੈਕ ਟੂ ਜੀ ਕੈਵਿਨ ਵਲੌਗਸ। ਸੋ ਅੱਜ ਅਸੀਂ ਭਗੌਰਾ ਵਿਲੇਜ ਤੋਂ ਲਾਡੀ ਭਾਜੀ ਹੁਣਾਂ ਦੇ ਘਰ ਤੋਂ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੇ ਦਰਸ਼ਨ ਕਰਨ। ਸੋ ਅਸੀਂ ਤੁਹਾਨੂੰ ਰਸਤੇ ਦਾ ਵਿਊ ਦਿਖਾਵਾਂਗੇ ਵਿਲੇਜ ਭਗੌਰਾ ਸਤਾਰਗੰਜ ਟੂ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ। ਸੋ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ। ਬਾਰਿਸ਼ ਦੇ ਕਾਰਨ ਮੌਸਮ ਥੋੜਾ ਖਰਾਬ ਸੀ। ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇੱਕ ਤਾਇਆ ਜੀ ਉਹਨਾਂ ਦੇ ਬੇਟੀ ਆ ਗੁੜੀਆ ਦੀਦੀ, ਉਹਨਾਂ ਨੂੰ ਮਿਲ ਕੇ ਅਸੀਂ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਵਾਂਗੇ। ਗੁੜੀਆ ਦੀਦੀ ਉਹਨਾਂ ਨੂੰ ਮਿਲ ਲਈਏ ਕਿਉਂਕਿ ਅਸੀਂ ਕਾਫੀ ਟਾਈਮ ਬਾਅਦ, ਮੈਂ ਤਾਂ ਫਸਟ ਟਾਈਮ ਆਈ ਹਾਂ ਅਤੇ ਅਮਨ ਕਾਫੀ ਟਾਈਮ ਬਾਅਦ ਆਏ ਆ ਇੱਥੇ। ਸੋ ਉਹਨਾਂ ਨੂੰ ਵੀ ਮਿਲ ਲਈਏ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਵਾਂਗੇ। ਉਹਨਾਂ ਦਾ ਘਰ ਨਾਨਕ ਮੱਤਾ ਸਾਹਿਬ ਤੋਂ ਬਿਲਕੁਲ ਨੀਅਰ ਹੈ। ਸੋ ਗੁੜੀਆ ਦੀਦੀ ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਗੁਰਦੁਆਰਾ ਨਾਨਕ ਮੱਤਾ ਸਾਹਿਬ ਵੱਲ ਜਾ ਰਹੇ ਹਾਂ। ਤੋਂ ਪਹਿਲਾਂ ਨਾਨਕ ਸਾਗਰ ਡੈਮ ਆਏਗਾ। ਅਸੀਂ ਨੀਅਰ ਬਾਏ ਪਹੁੰਚ ਚੁੱਕੇ ਹਾਂ ਨਾਨਕ ਸਾਗਰ ਡੈਮ। ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ। ਸੁੱਕਾ ਹੋਣਾ ਇਹ ਸਮੁੰਦਰ ਬਣਿਆ ਹੋਇਆ। ਅੱਜ ਬਾਰਿਸ਼ ਆਉਂਦੀ ਆ, ਅੱਜ ਮੈਨੂੰ ਲੱਗਦਾ ਹੈ ਨਾਨਕ ਮੱਤਾ ਡੈਮ। ਇਹ ਮਿੰਨੀ ਸਮੁੰਦਰ ਵੇਖ ਲਓ। ਜਗ੍ਹਾ ਵਿੱਚ ਪਾਣੀ ਛੱਡਦੇ ਉਹਦੇ ਕਿਦੋਂ ਵੀ ਉਹ ਵੀ ਤਾਂ ਹੀ ਆ ਵੀ ਉਹ ਪਤਾ ਇੱਕ ਹੈਗੀ ਆਪਾਂ ਨੂੰ ਸਿੱਧਾ ਹੈ ਅਗੇ ਇੱਕ ਜਗ੍ਹਾ ਨੂੰ ਛੱਡਦੇ ਫਿਰ ਪਾਣੀ ਸਾਰਾ ਲਾਉਣਾ ਇੱਕਦਮ ਪਰ ਇੱਕ ਹੀ ਆ। ਹਾਂ ਗੋਲੀ ਵਿੱਚ ਵਾ ਗਾਂ ਥੱਲੇ ਨਹੀਂ ਇਧਰੋਂ ਵੀ ਉਹ ਬਟਾ ਜਾ ਬਾਹਰ ਉੱਤੇ ਬੰਦ ਉਹ ਤਾਂ ਤੂੰ ਉਹਨੇ ਵੀ ਫਿਰ ਮੰਗਣਾ ਵੀਰੇ ਨੇ ਵੀ ਫੋਨ। ਅੱਜ ਸ਼ਿਵਚਾ ਤੋਂ ਆਪਾਂ ਨਾਨਕ ਮੱਤਾ ਇਹਦੇ ਵੀ ਇੱਥੇ ਹੀ ਹਾਂਜੀ ਪਾਰਟੀ ਇੱਥੇ ਵਿਆਹ ਕੁੜੀ ਦਾ ਆਪਣੇ ਦਾ ਪੈਰਾਡਾਈਜ਼ ਗੁਰਦੁਆਰਾ ਸਾਹਿਬ ਜੀ ਦਾ ਗੇਟ ਆਏਗਾ ਹੁਣ, ਜਿੱਥੇ ਗੁਰਦੁਆਰਾ ਸਾਹਿਬ ਜੀ ਦੀ ਮੇਨ ਐਂਟਰੈਂਸ ਹੈ। ਇਹ ਗੁਰਦੁਆਰਾ ਨਾਨਕ ਮੱਤਾ ਸਾਹਿਬ ਗੇਟ ਹੈ। ਇੱਥੋਂ ਗੁਰਦੁਆਰਾ ਸਾਹਿਬ ਜਾਣ ਲਈ ਰਸਤਾ ਹੈ। ਸੋ ਨਾਨਕ ਸਾਗਰ ਡੈਮ ਤੋਂ ਬਾਅਦ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਆਏਗਾ, ਗੁਰਦੁਆਰਾ ਨਾਨਕ ਮੱਤਾ ਸਾਹਿਬ ਜੀ ਦਾ ਬੌਲੀ ਸਾਹਿਬ। ਸੋ ਅਸੀਂ ਤੁਹਾਡੇ ਨਾਲ ਉਸ ਦਾ ਇਤਿਹਾਸ ਸ਼ੇਅਰ ਕਰਨ ਲੱਗੇ ਹਾਂ। ਇਸ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਇਹ ਇਤਿਹਾਸ ਹੈ ਕਿ ਜਦੋਂ ਸਿੱਧਾਂ ਦੇ ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦਾ ਤਿਉਹਾਰ ਆ ਰਿਹਾ ਹੈ, ਸਾਨੂੰ ਗੰਗਾ ਇਸ਼ਨਾਨ ਕਰਵਾਓ। ਉਸ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਅਤੇ ਉਸ ਨੂੰ ਪਹਾੜਾਂ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ ਅਤੇ ਆਗਿਆ ਦਿੱਤੀ ਕਿ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਣਾ। ਭਾਈ ਮਰਦਾਨਾ ਜੀ ਨੇ ਪੌੜੀ ਨਾਲ ਲਕੀਰ ਖਿੱਚਦੇ ਹੋਏ ਉਸ ਸਥਾਨ 'ਤੇ ਆ ਕੇ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ
ਤਾਂ ਗੁਰੂ ਜੀ ਨੇ ਸਿੱਧਾ ਨੂੰ ਕਿਹਾ ਕਿ ਅਸੀਂ ਗੰਗਾ ਨਦੀ ਇੱਥੋਂ ਤੱਕ ਲੈ ਆਏ ਹਾਂ, ਅੱਗੇ ਤੁਸੀਂ ਲੈ ਆਵੋ। ਸਿੱਧਾ ਨੇ ਸਾਰੇ ਯਤਨ ਲਾ ਲਏ ਪਰ ਗੰਗਾ ਨਦੀ ਅੱਗੇ ਨਾ ਲਿਆ ਸਕੇ। ਸੋ ਗੰਗਾ ਨਦੀ ਇੱਥੇ ਹੀ ਰੁਕ ਗਈ। ਸੋ ਇਹ ਪਵਿੱਤਰ ਬੌਲੀ ਸਾਹਿਬ ਹੈ ਜਿੱਥੇ ਗੰਗਾ ਨਦੀ ਰੁਕ ਗਈ ਸੀ। ਸੋ ਗੁਰਦੁਆਰਾ ਬੌਲੀ ਸਾਹਿਬ ਇੱਥੇ ਸੁਸ਼ੋਭਿਤ ਹੈ। ਸੋ ਸਾਧ ਸੰਗਤ ਜੀ ਦਰਸ਼ਨ ਕਰੋ ਇਸ ਪਵਿੱਤਰ ਗੁਰੂ ਨਾਨਕ ਜੀ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਬੌਲੀ ਸਾਹਿਬ ਜੀ ਦੇ, ਤੇ ਵੱਧ ਤੋਂ ਵੱਧ ਸੰਗਤਾਂ ਨਾਲ ਸ਼ੇਅਰ ਕਰੋ ਜੀ। ਤੇ ਇੱਕ ਵਾਰੀ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਜ਼ਰੂਰ ਆਓ ਜੀ। ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੇ। ਤਾਂ ਹੈ ਜੀ ਉਹਨਾਂ ਦੀ ਗੱਡੀ ਆ ਇਹ, ਇਸ ਗੱਡੀ 'ਤੇ ਅਸੀਂ ਆਏ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ। ਸੋ ਅਸੀਂ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਪਹੁੰਚ ਚੁੱਕੇ ਹਾਂ। ਬਾਹਰ ਮਾਰਕੀਟ ਹੈ ਗੁਰਦੁਆਰਾ ਸਾਹਿਬ ਜੀ ਦੀ। ਸੋ ਆਓ ਕਰਦੇ ਹਾਂ ਦਰਸ਼ਨ। ਗੁਰੂ ਗੋਬਿੰਦ ਸਿੰਘ ਜੀ, ਗੁਰਦੁਆਰਾ ਸਾਹਿਬ ਜੀ ਦੀ ਮੇਨ ਐਂਟਰੈਂਸ, ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ। इस साइड पे गुरुद्वारा साहिब है, दूसरी साइड पे गुरु जी का लंगर साहिब है। ਸਾਡੇ ਨਾਲ ਨਾਪ੍ਰੀਤ ਦੀਦੀ ਆਇਆ ਤੇ ਉਹਨਾਂ ਦਾ ਬੇਟਾ ਅਗਮ, ਕਿਉਂਕਿ ਦੀਦੀ ਉਹਨਾਂ ਨੂੰ ਰਸਤਾ ਪਤਾ ਸੀ ਤਾਂ ਉਹਨਾਂ ਨੇ ਸਾਨੂੰ ਰਸਤੇ 'ਚ ਗਾਈਡ ਕਰਤਾ ਕਿ ਜੋੜਾ ਘਰ ਗੁਰਦੁਆਰਾ ਨਾਨਕ ਮਤਾ ਸਾਹਿਬ। जोड़े जमा करा लिए, फिर मत्था टेकते हैं। इधर गुरुद्वारा साहिब नानक मता साहिब। गुरुद्वारा नानक मता साहिब ਉਹ ਪਵਿੱਤਰ ਸਥਾਨ ਹੈ ਜਿਸ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਅਤੇ 6ਵੀਂ ਪਾਤਸ਼ਾਹੀ ਮੀਰੀ ਪੀਰੀ ਜੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਇਹ ਸਥਾਨ ਜੋਗਮਤ ਦਾ ਪ੍ਰਮੁੱਖ ਕੇਂਦਰ ਸੀ। ਭੋਲੇ ਭਾਲੇ ਲੋਕ ਇੱਥੋਂ ਦੇ ਰਾਜਿਆਂ ਦੇ ਪੁੱਤਰ ਦੇ ਅਗਿਆਨਤਾ ਵਸ ਸਿੱਧਾਂ ਦੇ ਪ੍ਰਚਾਰ ਕਾਰਨ ਗ੍ਰਸਤ ਧਰਮ ਨੂੰ ਛੱਡ ਕੇ ਘਰਾਂ ਤੋਂ ਭਗੌੜੇ ਹੋ ਕੇ ਪਹਾੜਾਂ ਤੇ ਜੰਗਲਾਂ ਵੱਲ ਜਾ ਰਹੇ ਸੀ, ਜੋਗਮਤ ਧਾਰਨ ਕਰ ਰਹੇ ਸੀ। ਇਸ ਨੂੰ ਰੋਕਣ ਲਈ ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਉਣ ਲਈ ਸਿੱਧਾਂ ਨਾਲ ਗਿਆਨ ਗੋਸ਼ਟੀ ਕੀਤੀ। ਉਹਨਾਂ ਦੇ ਸਵਾਲਾਂ ਦਾ ਜਵਾਬ ਗੁਰਮਤ ਅਨੁਸਾਰ ਦੇ ਕੇ ਲਾਜਵਾਬ ਕਰ ਦਿੱਤਾ। ਇਸ ਸਥਾਨ ਤੇ ਸ਼੍ਰੀ ਨਾਨਕ ਮਤਾ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਨਾਨਕ ਮਤਾ ਸਾਹਿਬ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੋਰ ਪਵਿੱਤਰ ਸਥਾਨ ਪੰਜਾ ਸਾਹਿਬ, ਪਿੱਪਲ ਸਾਹਿਬ, ਦੁੱਧ ਵਾਲਾ ਖੂਹ, ਭੰਡਾਰਾ ਸਾਹਿਬ, ਬੌਲੀ ਸਾਹਿਬ ਅਤੇ ਗੁਰਦੁਆਰਾ 6ਵੀਂ ਪਾਤਸ਼ਾਹੀ ਹਨ। ਇਹ ਇਤਿਹਾਸਿਕ ਸਥਾਨ ਧੂਣਾ ਸਾਹਿਬ ਹੈ। ਜੰਗਲਾਂ ਵਿੱਚ ਰਹਿਣ ਵਾਲੇ ਜੋਗੀ ਲੋਕ ਹਮੇਸ਼ਾ ਧੂਣੀ ਬਾਲ ਕੇ ਰੱਖਦੇ ਸਨ। ਠੰਡਾ ਮੌਸਮ ਹੋਣ ਕਰਕੇ ਕਾਫੀ ਠੰਡ ਪੈ ਰਹੀ ਸੀ ਤੇ ਗੁਰੂ ਜੀ ਨੇ ਠੰਡ ਤੋਂ ਬਚਣ ਲਈ ਮਰਦਾਨਾ ਜੀ ਨੂੰ ਅੱਗ ਲੈ ਕੇ ਆਉਣ ਲਈ ਸਿੱਧਾ ਕੋਲ ਭੇਜਿਆ। ਹੰਕਾਰੀ ਸਿੱਧਾ ਨੇ ਅੱਗ ਦੇਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਆਪਣੀ ਬਾਲ ਕੇ ਸੇਕੋ। ਇਹ ਗੱਲ ਮਰਦਾਨਾ ਜੀ ਨੇ ਆ ਕੇ ਗੁਰੂ ਜੀ ਨੂੰ ਦੱਸੀ ਤੇ ਇਸ ਤੋਂ ਬਾਅਦ ਮਰਦਾਨਾ ਜੀ ਨੇ ਕਿਹਾ ਕਿ ਜੰਗਲ ਵਿੱਚੋਂ ਸੁੱਕੇ ਬਾਂਸ ਲੈ ਕੇ ਆਓ ਤੇ ਉਹਨਾਂ ਨੂੰ ਆਪਸ ਵਿੱਚ ਰਗੜ ਕੇ ਬਾਲ ਲਵੋ। ਮਰਦਾਨਾ ਜੀ ਨੇ ਇਸੇ ਤਰ੍ਹਾਂ ਕੀਤਾ ਤੇ ਧੂਣੀ ਬਾਲ ਲਈ। ਰਾਤ ਨੂੰ ਬਹੁਤ ਜ਼ੋਰ ਦੀ ਹਨੇਰੀ ਆਈ ਅਤੇ ਮੀਂਹ ਵਰਨ ਲੱਗ ਪਿਆ, ਜਿਸ ਕਰਕੇ ਸਿੱਧਾਂ ਦੀਆਂ ਧੂਣੀਆਂ ਬੁੱਝ ਜਾਣ ਤੋਂ ਬਾਅਦ ਕਾਫੀ ਯਤਨ ਕਰਕੇ ਵੀ ਅੱਗ ਨਾ ਬਲੀ ਤਾਂ ਥੱਕ ਹਾਰ ਕੇ ਸਿੱਧ ਜੋਗੀ ਗੁਰੂ ਜੀ ਕੋਲ ਆ ਕੇ ਹੱਥ ਜੋੜ ਕੇ ਬੋਲੇ, ਮਹਾਰਾਜ ਜੀ ਸਾਨੂੰ ਅੱਗ ਦੇ ਦਿਓ, ਸਾਡੀ ਗਲਤੀ ਲਈ ਸਾਨੂੰ ਮਾਫ਼ ਕਰ ਦਿਓ। ਮਰਦਾਨਾ ਜੀ ਨੇ ਕਿਹਾ ਕਿ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ, ਅਸੀਂ ਇਹਨਾਂ ਨੂੰ ਅੱਗ ਨਹੀਂ ਦੇਣੀ। ਪਰ ਗੁਰੂ ਜੀ ਨੇ ਕਿਹਾ ਕਿ ਖੜਾਵਾਂ ਤੇ ਮੁੰਦਰਾ ਲੈ ਕੇ ਇਹਨਾਂ ਨੂੰ ਅੱਗ ਦੇ ਦਿਓ। ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਅੱਗ ਦੇ ਦਿੱਤੀ। ਅਗਲੇ ਦਿਨ ਸਿੱਧ ਇਕੱਠੇ ਹੋ ਕੇ ਫਿਰ ਗੁਰੂ ਜੀ ਕੋਲ ਆਏ ਤੇ ਕਹਿਣ ਲੱਗੇ ਕਿ ਤੁਹਾਡਾ ਕੌਣ ਹੈ, ਭਾਵ ਤੁਸੀਂ ਕਿਸ ਦੇ ਚੇਲੇ ਹੋ। ਗੁਰੂ ਜੀ ਨੇ ਇਹ ਸ਼ਬਦ ਕਿਹਾ ਕਿ ਸ਼ਬਦ ਹੀ ਸਾਡਾ ਗੁਰੂ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹਨਾਂ ਜੀ ਨੇ ਪੁੱਛਿਆ, ਆਪ ਜੀ ਦੀ ਉਦਾਸੀ ਕਿਉਂ ਧਾਰਨ ਕੀਤੀ ਹੈ। ਗੁਰੂ ਜੀ ਨੇ ਕਿਹਾ ਕਿ ਭੁੱਲੇ ਭਟਕਿਆਂ ਨੂੰ ਸਹੀ ਰਾਹ ਵਿਖਾਉਣ ਲਈ ਸ਼ਬਦ ਗੁਰੂ ਨਾਲ ਜੋੜਨ ਲਈ ਉਦਾਸੀ ਧਾਰਨ ਕੀਤੀ ਹੈ। ਉਹਨਾਂ ਨੇ ਫਿਰ ਪੁੱਛਿਆ ਕਿ ਤੁਹਾਡਾ ਸਿਧਾਂਤ ਕੀ ਹੈ। ਗੁਰੂ ਜੀ ਨੇ ਕਿਹਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਜੋ ਤੁਸੀਂ ਪਿੱਪਲ ਸਾਹਿਬ ਜੀ ਦੇ ਦਰਸ਼ਨ ਕੀਤੇ, ਉਹ ਪਵਿੱਤਰ ਰੁੱਖ ਹੈ ਗੁਰੂ ਨਾਨਕ ਦੇਵ ਜੀ ਦੀ ਅਤੇ ਮੀਰੀ ਪੀਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਛੋਹ ਪ੍ਰਾਪਤ ਹੈ। ਰੋਜ਼ਾਨਾ ਗੁਰਬਾਣੀ ਕੀਰਤਨ ਅਤੇ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਮਿੱਠੀਆਂ ਧੁਨਾਂ ਸੁਣਨ ਨਾਲ ਕੁਝ ਦਿਨਾਂ
ਵਿੱਚ ਲੰਮੇ ਸਮੇਂ ਤੋਂ ਸੁੱਕੇ ਪਏ ਇਸ ਰੁੱਖ ਦੀਆਂ ਹਰੀਆਂ ਭਰੀਆਂ ਕੋਪਲਾਂ ਕਰੁੰਬਲਾਂ ਨਿਕਲਣ ਲੱਗ ਪਈਆਂ ਤੇ ਪਿੱਪਲ ਦਾ ਇਹ ਰੁੱਖ ਹਰਾ ਭਰਾ ਹੋ ਗਿਆ। ਸਿੱਧਾ ਨੇ ਜਦੋਂ ਪਿੱਪਲ ਨੂੰ ਹਰਾ ਹੁੰਦਾ ਵੇਖਿਆ ਤਾਂ ਉਹ ਘਬਰਾ ਗਏ ਕਿ ਇਹ ਇੱਕ ਸਧਾਰਨ ਮਨੁੱਖ ਨਹੀਂ ਹੈ, ਜਿਸ ਦੇ ਬੈਠਣ ਨਾਲ ਹੀ ਪਿੱਪਲ ਹਰਾ ਹੋ ਗਿਆ। ਤੇ ਇਸ ਦੇ ਨਾਲ ਹੀ ਅਲੌਕਿਕ ਚੌਜ ਨੂੰ ਦੇਖਦੇ ਹੋਏ ਸਿੱਧਾ ਨੇ ਆਪਣੀ ਯੋਗ ਸ਼ਕਤੀ ਨਾਲ ਇਸ ਪਿੱਪਲ ਨੂੰ ਉਡਾਉਣ ਦਾ ਯਤਨ ਕੀਤਾ, ਜਿਸ ਨਾਲ ਉਸ ਦੀਆਂ ਜੜ੍ਹਾਂ ਜ਼ਮੀਨ ਤੋਂ ਬਾਹਰ ਨਿਕਲਣ ਲੱਗ ਗਈਆਂ। ਤਾਂ ਗੁਰੂ ਜੀ ਨੇ ਆਪਣੇ ਹੱਥ ਨਾਲ ਮੁਬਾਰਕ ਪੰਜਾ ਲਾ ਕੇ ਉਸ ਨੂੰ ਉੱਡਣ ਤੋਂ ਰੋਕ ਦਿੱਤਾ। ਇਸ ਕਾਰਨ ਜੋ ਅੱਜ ਵੀ ਉੱਥੇ ਸੁਸ਼ੋਭਿਤ ਹੈ। ਪਹਿਲਾਂ ਉਸ ਦੀਆਂ ਜੜ੍ਹਾਂ ਜ਼ਮੀਨ ਤੋਂ ਵੀ ਬਹੁਤ ਜ਼ਿਆਦਾ ਬਾਹਰ ਦਿਖਾਈ ਦਿੰਦੀਆਂ ਸਨ, ਲੇਕਿਨ ਹੁਣ ਇਸ ਦੇ ਚਾਰੋਂ ਪਾਸੇ ਪੱਕਾ ਚਬੂਤਰਾ ਬਣਾ ਦਿੱਤਾ ਗਿਆ ਹੈ ਤੇ ਫਿਰ ਵੀ ਜ਼ਮੀਨ ਤੋਂ ਬਾਹਰ ਦਿਖਾਈ ਦੇ ਰਹੀਆਂ ਹਨ। ਗੁਰਬਾਣੀ ਦਾ ਫਰਮਾਨ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੋ ਗੁਰੂ ਜੀ ਦੀ ਕਿਰਪਾ ਨਾਲ ਸੁੱਕਾ ਪਿੱਪਲ ਦਾ ਰੁੱਖ ਵੀ ਹਰਾ ਭਰਾ ਹੋ ਗਿਆ। ਸਾਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।